Dear student, today we are going to discuss a new topic of refraction of light, that is the real depth and the apparent depth of a water tank. ਬੇਟਾ ਜਿਹੜਾ ਪਾਣੀ ਦਾ ਜਿਹੜਾ ਸਾਡਾ ਟੈਂਕ ਹੁੰਦਾ ਹੈ ਜਾਂ ਸਾਡੇ ਕੋਲ ਕੋਈ ਸਵੀਮਿੰਗ ਪੂਲ ਹੈ, ਤੁਸੀਂ ਦੇਖਿਆ ਉਹਦੇ ਵਿੱਚ ਪਾਣੀ ਭਰਿਆ ਹੋਵੇ, ਉਸ ਸਵੀਮਿੰਗ ਪੂਲ ਦੀ ਉਸ ਵਾਟਰ ਦੇ ਟੈਂਕ ਦੀ ਜਿੰਨੀ ਉਹਦੀ ਅਸਲੀ ਡੂੰਘਾਈ ਹੁੰਦੀ ਹੈ, ਜਿੰਨੀ ਉਹਦੀ ਅਸਲੀ ਡੈਪਥ ਹੈ, ਸਾਨੂੰ ਜਿਹੜੀ ਹੈ ਉਸ ਡੈਪਥ ਦੇ ਨਾਲੋਂ ਕੁਝ ਪੋਰਸ਼ਨ ਜਿਹੜਾ ਉਹਦਾ ਸਾਨੂੰ ਘੱਟ ਨਜ਼ਰ ਆਉਂਦਾ ਹੈ। ਮੰਨ ਲਓ 100 ਫੁੱਟ ਡੂੰਘਾ ਹੈ ਤੇ ਸਾਨੂੰ ਜਿਹੜਾ ਹੈ ਉਹ 75 ਜਿਹੜਾ ਫੀਟ ਜਿਹੜਾ ਨਾ ਉਹ ਉਹਦੀ ਡੂੰਘਾਈ ਸਾਨੂੰ ਨਜ਼ਰ ਆਏਗੀ। ਇਹ ਸਾਨੂੰ ਭੁਲੇਖਾ ਲੱਗਦਾ ਹੈ। ਇਟ ਇਜ਼ ਡਿਊ ਟੂ ਰੀਫਰੈਕਸ਼ਨ ਆਫ ਲਾਈਟ। ਇਹ ਰੀਫਰੈਕਸ਼ਨ ਕਰਕੇ ਹੁੰਦਾ ਹੈ। ਆਓ ਇਹਦੇ ਬਾਰੇ ਅਸੀਂ ਡਿਸਕਸ ਕਰੀਏ। ਇਸ ਟੌਪਿਕ ਦੇ ਵਿੱਚ ਅਸੀਂ ਕੀ ਡਿਸਕਸ ਕਰਨਾ ਹੈ? ਅ ਵਾਟਰ ਟੈਂਕ ਅਪੀਅਰਸ ਸ਼ੈਲੋਅਰਸ। ਬੇਟਾ ਸ਼ੈਲੋਅਰਸ ਦਾ ਮਤਲਬ ਹੈ ਲੈਸ ਡੀਪ। ਜਿੰਨਾ ਉਹ ਡੂੰਘਾ ਹੈ ਸਾਨੂੰ ਵਾਟਰ ਦਾ ਟੈਂਕ ਜਾਂ ਸਵੀਮਿੰਗ ਪੂਲ ਜਿਹੜਾ ਹੈ ਉਹ ਘੱਟ ਡੂੰਘਾ ਜਿਹੜਾ ਹੈ ਉਹ ਨਜ਼ਰ ਆਉਂਦਾ ਹੈ। what it is actually is, ਜਿੰਨਾ ਅਸਲੀ ਉਹਦੀ ਡੂੰਘਾਈ ਹੈ ਸਾਨੂੰ ਉਸ ਤੋਂ ਘੱਟ ਨਜ਼ਰ ਆਉਂਦੀ ਹੈ। it is all due to, ਕਿਹਦੇ ਕਰਕੇ ਹੁੰਦਾ ਬੇਟਾ? it is due to the refraction of light। ਇਹ ਰੀਫਰੈਕਸ਼ਨ ਦੇ ਕਾਰਨ ਕਰਕੇ ਬੇਟਾ ਭੁਲੇਖਾ ਹੁੰਦਾ ਹੈ। ਕਈ ਵਾਰੀ ਅਸੀਂ ਸਵੀਮਿੰਗ ਪੂਲ 'ਚ ਦੇਖਿਆ ਬੱਚੇ ਦੇਖਦੇ ਆ ਵੀ ਉਹਦਾ ਜਿਹੜਾ ਬਾਟਮ ਤੇ ਇਹ ਨਾਲ ਹੀ ਨਜ਼ਰ ਆ ਰਿਹਾ, ਇਹਦੀ ਡੂੰਘਾਈ ਬਹੁਤ ਘੱਟ ਹੈ, ਉਹ ਗਲਤੀ ਨਾਲ ਵਿੱਚ ਛਲਾਂਗ ਮਾਰ ਦਿੰਦੇ ਆ। ਐਕਚੁਅਲੀ ਜਿਹੜਾ ਉਹ ਡੂੰਘਾ ਜ਼ਿਆਦਾ ਹੁੰਦਾ ਹੈ ਤੇ ਸਾਨੂੰ ਘੱਟ ਨਜ਼ਰ ਆਉਂਦਾ ਹੈ ਤੇ ਕਈ ਵਾਰੀ ਬੇਟਾ ਇਹ ਭੁਲੇਖਾ ਖਾ ਕੇ ਜਿਹੜੀ ਹੈ ਅਸੀਂ ਆਪਣੀ ਜਾਨ ਵੀ ਜਿਹੜੀ ਹੈ ਗਵਾ ਸਕਦੇ ਹਾਂ। ਇਸ ਕਰਕੇ ਇਹ ਟੌਪਿਕ ਬਹੁਤ ਹੀ ਇੰਪੋਰਟੈਂਟ ਹੈ। ਅੱਜ ਅਸੀਂ ਰੀਅਲ ਡੈਪਥ ਤੇ ਅਪੈਰੈਂਟ ਡੈਪਥ ਦੇ ਵਿੱਚ ਜਿਹੜਾ ਆਪਾਂ ਇੱਕ ਰਿਲੇਸ਼ਨ ਨਿਕਾਲਾਂਗੇ। ਰੀਅਲ ਡੈਪਥ ਦਾ ਮਤਲਬ ਜਿਹੜੀ ਉਹਦੀ ਅਸਲੀ ਡੂੰਘਾਈ, ਤੇ ਜਿਹੜੀ ਅਪੈਰੈਂਟ ਹੈਗੀ ਆ ਉਹ ਜਿਹੜੀ ਸਾਨੂੰ ਅਪੀਅਰ ਹੁੰਦੀ ਹੈ ਬੇਟਾ, ਜਿਹੜੀ ਸਾਨੂੰ ਨਜ਼ਰ ਆਉਂਦੀ ਹੈ। ਅਸਲੀ ਡੂੰਘਾਈ ਉਹਨੂੰ ਅਸੀਂ x ਲਿਖਿਆ, ਉਹ ਸਾਡੀ ਰੀਅਲ ਡੈਪਥ ਹੋਏਗੀ, ਤੇ ਜਿਹੜੀ ਅਪੈਰੈਂਟ ਡੈਪਥ ਹੈਗੀ ਆ ਉਹਨੂੰ ਅਸੀਂ ਡਿਨੋਟ ਕਰਾਂਗੇ y। ਤੇ ਇਹਨਾਂ ਦੋਨਾਂ ਦੇ ਵਿੱਚ ਅੱਜ ਅਸੀਂ ਜਿਹੜਾ ਹੈ ਇੱਕ ਰਿਲੇਸ਼ਨ ਡਰਾਈਵ ਕਰਨ ਜਾ ਰਹੇ ਹਾਂ। ਉਹ ਬਹੁਤ ਹੀ ਇੰਪੋਰਟੈਂਟ ਹੈ ਤੇ ਬੇਟਾ 2 ਮਾਰਕਸ ਦਾ ਜਿਹੜਾ ਕੁਐਸਚਨ ਹੈ ਉਹ ਪੇਪਰ ਦੇ ਵਿੱਚ ਜਿਹੜਾ ਹੈ ਉਹ ਪੁੱਛਿਆ ਜਾ ਸਕਦਾ ਹੈ। ਆਓ ਇਸ ਸਾਰੇ ਨੂੰ ਅਸੀਂ ਡਾਇਆਗ੍ਰਾਮਸ ਦੇ ਜਿਹੜਾ ਥਰੂ ਆਪਾਂ ਸਮਝਦੇ ਹਾਂ। ਨਾਓ ਵਾਟ ਇਜ਼ ਦਿਸ? ਇਹ ਜਿਹੜੀ ਤੁਹਾਨੂੰ ਬੇਟਾ ਇੱਕ ਜਿਸ ਤਰ੍ਹਾਂ ਇੱਕ ਰੈਕਟੈਂਗਲ ਦੀ ਨਜ਼ਰ ਆ ਰਹੀ ਹੈ, ਇਹ ਐਕਚੁਅਲੀ ਕੀ ਹੈ? ਵਾਟਰ ਟੈਂਕ ਹੈ। ਇਹਦੇ ਅੰਦਰ ਜਿਹੜਾ ਹੈ ਪਾਣੀ ਅਸੀਂ ਭਰਿਆ ਹੋਇਆ। ਇਹ ਵਾਟਰ ਟੈਂਕ ਦਾ ਬਾਟਮ, ਇਹ ਸਾਡਾ ਬਾਟਮ ਹੈ ਤੇ ਇਹ ਵਾਟਰ ਟੈਂਕ ਦਾ ਬੇਟਾ ਟੌਪ ਹੈ। ਜਿਹੜਾ ਆਹ ਸਰਫੇਸ ਹੈ XY, ਇਹ ਜਿਹੜਾ ਸਰਫੇਸ ਹੈ ਸੈਪਰੇਟ ਕਰ ਰਿਹਾ 에ਅਰ ਨੂੰ, ਤੇ ਨੀਚੇ ਕੀ ਹੈਗਾ ਸਾਡੇ ਕੋਲ? ਵਾਟਰ। ਇਹ ਇੱਕ ਦੂਸਰੇ ਨੂੰ ਜਿਹੜਾ ਸੈਪਰੇਟ ਕਰ ਰਿਹਾ, ਇਹਨੂੰ ਅਸੀਂ ਬੋਲਦੇ ਹਾਂ ਇੰਟਰਫੇਸ। ਇਹ ਦੋ ਮੀਡੀਅਮਸ ਨੂੰ ਜਿਹੜਾ ਸੈਪਰੇਟ ਕਰ ਰਿਹਾ। ਉੱਪਰ 에ਅਰ ਹੈ, ਨੀਚੇ ਸਾਰਾ ਇਹਦੇ ਜਿਹੜਾ ਹੈਗਾ ਉਹ ਸਾਡੇ ਕੋਲ ਪਾਣੀ ਹੀ ਪਾਣੀ ਹੈ। ਨਾਓ ਮੰਨ ਲਓ ਇਸ ਵਾਟਰ ਟੈਂਕ ਦੇ ਬਿਲਕੁਲ ਬੇਸ ਦੇ ਉੱਪਰ, ਬਿਲਕੁਲ ਇਹਦੇ ਬਾਟਮ ਦੇ ਉੱਪਰ ਇੱਕ ਆਬਜੈਕਟ ਪਈ ਹੈ ਜਿਸ ਨੂੰ ਅਸੀਂ O ਪੁਆਇੰਟ ਦੇ ਨਾਲ ਅਸੀਂ ਡਿਨੋਟ ਕੀਤਾ। ਮੰਨ ਲਓ ਅਸੀਂ ਜਿਸ ਤਰ੍ਹਾਂ ਸਵੀਮਿੰਗ ਪੂਲ 'ਚ ਵੇਖਦੇ ਪਏ ਹਾਂ, ਮੰਨ ਲਓ ਥੱਲੇ ਕੋਈ ਰਿੰਗ ਪਈ ਹੋਈ ਹੈ, ਆਪਾਂ ਰਿੰਗ ਨੂੰ ਦੇਖਦੇ ਹਾਂ ਵੀ ਉਹ ਰਿੰਗ ਪਈ ਹੈ ਤੇ ਆਪਾਂ ਇਹਨੂੰ ਚੁੱਕਣੀ ਹੈ, ਤੇ ਅਸੀਂ ਦੇਖਦੇ ਹਾਂ ਵੀ ਉਹਦਾ ਫਰਸ਼ ਦਾ ਜਿਹੜਾ ਲੈਵਲ ਹੈ ਉਹ ਸਾਨੂੰ ਅਸਲੀ ਡੂੰਘਾਈ ਤੋਂ ਘੱਟ ਨਜ਼ਰ ਆ ਰਿਹਾ, ਕਿਉਂਕਿ ਇਹ ਸਾਰਾ ਪ੍ਰੋਬਲਮ ਕਿਹਦੇ ਕਰਕੇ ਆਉਂਦੀ ਹੈ? ਰੀਫਰੈਕਸ਼ਨ ਕਰਕੇ। ਅਸੀਂ ਉਹਦੇ 'ਚ ਛਲਾਂਗ ਮਾਰ ਦਿੰਦੇ ਕਈ ਵਾਰੀ। ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਨਾਓ ਇਹ ਜਿਹੜਾ ਵਾਟਰ ਟੈਂਕ ਦਾ ਬਾਟਮ ਹੈ, ਇਸ ਬਾਟਮ ਦੇ ਉੱਪਰ ਕੋਈ ਵੀ ਇੱਥੇ ਆਬਜੈਕਟ ਪਈ ਹੈ ਜਿਸ ਨੂੰ ਅਸੀਂ ਡਿਨੋਟ ਕੀਤਾ ਹੈ ਵਿਦ ਦਾ ਹੈਲਪ ਆਫ ਅ ਪੁਆਇੰਟ O। ਨਾਓ ਇੱਥੋਂ ਬੇਟਾ ਜਦੋਂ ਰੇਜ਼ ਨਿਕਲਣਗੀਆਂ, ਕਿਉਂਕਿ ਰੇਜ਼ ਜਿਹੜੀਆਂ ਨੇ ਆਬਜੈਕਟਸ ਤੋਂ ਨਿਕਲਣੀਆਂ ਨੇ, ਪਹਿਲਾਂ ਬਾਹਰ ਸਨ ਹੈ, ਸਨ ਤੋਂ ਲਾਈਟ ਅੰਦਰ ਆਈ, ਉਹ ਆਬਜੈਕਟ ਤੇ ਪਈ, ਬਾਅਦ ਵਿੱਚੋਂ ਇੱਥੋਂ ਰਿਫਲੈਕਟ ਹੋ ਕੇ ਜਿਹੜਾ ਆਬਜੈਕਟ ਨੇ ਜਿਹੜੀਆਂ ਰੇਜ਼ ਛੱਡਣੀਆਂ ਨੇ ਉਹ ਰੇਜ਼ ਹੁਣ ਵਿੱਚੋਂ ਬਾਹਰ ਨਿਕਲਣੀਆਂ। ਇੱਥੋਂ ਹਰ ਇੱਕ ਡਾਇਰੈਕਸ਼ਨ ਦੇ ਵਿੱਚ ਬੇਟਾ ਰੇਜ਼ ਨੇ ਜਿਹੜਾ ਹੈ ਉਹ ਟਰੈਵਲ ਕਰਨਾ ਹੈ। ਮੈਂ ਜਸਟ ਇੱਥੇ 2 ਰੇਜ਼ ਲੈ ਕੇ ਚੱਲਿਆ। ਇੱਕ ਰੇ ਦੇਖੋ ਨਿਕਲੀ OA, ਬਿਲਕੁਲ
ਸਰਫੇਸ ਦੇ ਬਿਲਕੁਲ ਬਿਲਕੁਲ ਦੇਖੋ ਇਹ ਪਰਪੈਂਡੀਕੂਲਰ ਹੈ, ਜਿਸ ਤਰ੍ਹਾਂ ਆਪਾਂ ਟੋਟਲ ਇੰਟਰਨਲ ਰਿਫਲੈਕਸ਼ਨ ਚ ਪੜਿਆ ਸੀ। ਇਹ ਰੇ ਜਾ ਕੇ ਸਿੱਧੀ ਜਾ ਕੇ ਕਿਹੜੇ ਪੁਆਇੰਟ ਤੇ ਸਟ੍ਰਾਈਕ ਕੀਤੀ ਹੈ, A ਪੁਆਇੰਟ ਦੇ ਉੱਪਰ ਜਾ ਕੇ ਇਹਨੇ ਸਟ੍ਰਾਈਕ ਕੀਤਾ। ਨਾਓ ਜਿਹੜੇ ਪੁਆਇੰਟ ਤੇ ਰੇ ਸਟ੍ਰਾਈਕ ਕਰੇ ਅਸੀਂ ਕੀ ਪੜਿਆ, ਉੱਥੇ ਪਹਿਲਾਂ ਆਪਾਂ ਕੀ ਡਰਾ ਕਰਦੇ ਹਾਂ, ਨਾਰਮਲ ਡਰਾ ਕਰਦੇ ਹਾਂ 90 ਡਿਗਰੀ ਦਾ ਐਂਗਲ। ਜਦੋਂ ਅਸੀਂ A ਪੁਆਇੰਟ ਦੇ ਉੱਤੇ ਨਾਰਮਲ ਡਰਾ ਕਰਾਂਗੇ ਬੇਟਾ ਤੇ ਇਹ ਨਾਰਮਲ ਆਏਗਾ ਲਾਈਕ ਦਿਸ, ਬਿਲਕੁਲ ਉਹਦੇ ਉੱਪਰ ਆ ਗਿਆ। ਹੁਣ ਇਹਦਾ I ਕਿੰਨਾ ਹੋ ਗਿਆ, ਜਿਹੜੀ ਰੇ ਬਿਲਕੁਲ ਸਰਫੇਸ ਦੇ ਨਾਰਮਲ ਦੇ ਅਲੋਂਗ ਆਵੇ, ਜਿਹੜੀ ਰੇ ਨਾਰਮਲ ਦੇ ਲੌਂਗ ਆਂਦੀ ਹੈ ਉਹਦਾ I ਕਿੰਨਾ ਹੁੰਦਾ ਬੇਟਾ, 0 ਹੁੰਦਾ ਹੈ। ਤੇ ਜੇ I 0 ਹੋਏਗਾ ਤੇ ਉਹਦਾ R ਵੀ ਐਂਗਲ ਆਫ ਰਿਫਰੈਕਸ਼ਨ ਵੀ ਕਿੰਨਾ ਹੁੰਦਾ ਹੈ, ਉਹ ਵੀ ਸਾਡੇ ਕੋਲ 0 ਆਂਦਾ ਹੈ। ਇਹ ਰੇ ਬਿਲਕੁਲ O ਤੋਂ A ਤੋਂ ਸਿੱਧੀ ਚਲੀ ਗਈ ਬੇਟਾ A ਡੈਸ਼ ਤੱਕ, ਇਟ ਵਿਲ ਗੋ ਸਟ੍ਰੇਟ। ਕਿਹੜੀ ਰੇ ਹੈ ਜਿਹੜੀ ਕਦੀ ਵੀ ਮੀਡੀਅਮ ਚੇਂਜ ਕਰਕੇ ਉਹ ਡੈਵੀਏਟ ਨਹੀਂ ਹੁੰਦੀ। ਵੈਸੇ ਕੀ ਹੁੰਦਾ ਹੈ, ਜਦੋਂ ਅਸੀਂ ਡੈਂਸਰ ਟੂ ਰੇਅਰ ਜਾਣਾ ਹੈ ਤੇ ਅਸੀਂ ਨਾਰਮਲ ਤੋਂ ਅਵੇ, ਜਿਹੜੀ ਰੇ ਜਿਹੜੀ ਹੈ ਨਾਰਮਲ ਤੋਂ ਅਵੇ ਬੈਂਡ ਹੋ ਜਾਂਦੀ ਹੈ, ਇਹ ਆਪਾਂ ਪੜਿਆ। ਪਰ ਇਹ ਵੀ ਤੇ ਡੈਂਸਰ ਤੋਂ ਰੇਅਰ ਗਈ, ਇਹ ਤੇ ਬਿਲਕੁਲ ਸਿੱਧੀ ਨਿਕਲ ਗਈ। ਇਹਦੇ ਵਿੱਚ ਕੀ ਹੈ, ਸਾਡਾ I ਵੀ 0 ਹੈ ਤੇ ਸਾਡਾ ਇੱਥੇ R ਵੀ 0 ਹੈ। ਇਹ ਵਾਲੀ ਰੇ ਜਿਹੜੀ ਹੈ ਮੀਡੀਅਮ ਭਾਵੇਂ ਚੇਂਜ ਕਰ ਜੇ ਪਰ ਇਹ ਕਦੀ ਵੀ ਜਿਹੜੀ ਹੈ ਉਹ ਬੈਂਡ ਨਹੀਂ ਹੁੰਦੀ। ਕਿਹੜੀ ਰੇ, ਜਿਹੜੀ ਰੇ ਨਾਰਮਲ ਦੇ ਲੌਂਗ ਆਏਗੀ ਉਹ ਮੀਡੀਅਮ ਚੇਂਜ ਕਰਨ ਤੋਂ ਬਾਅਦ ਵੀ ਐਜ਼ ਇਟ ਇਜ਼ ਸਿੱਧੀ ਚਲੀ ਜਾਏਗੀ। ਨਾਓ ਇਟ ਵਿਲ ਗੋ ਸਟ੍ਰੇਟ। ਦੂਸਰੀ ਰੇ ਦੇਖੋ O ਪੁਆਇੰਟ ਤੋਂ ਜਾ ਕੇ ਕਿਹੜੇ ਪੁਆਇੰਟ ਤੇ ਸਟ੍ਰਾਈਕ ਕੀਤੀ ਹੈ, ਇਟ ਸਟ੍ਰਾਈਕ ਐਟ ਪੁਆਇੰਟ B। O ਤੋਂ ਨਿਕਲੀ B ਪੁਆਇੰਟ ਤੇ ਆ ਕੇ ਦੇਖੋ ਸਟ੍ਰਾਈਕ ਕੀਤੀ। ਜਦੋਂ ਇੱਥੇ ਜਾ ਕੇ ਸਟ੍ਰਾਈਕ ਕੀਤੀ ਇਹਨੂੰ ਅਸੀਂ ਬੋਲਾਂਗੇ ਇਨਸੀਡੈਂਟ ਰੇ। ਵਾਟ ਇਜ਼ OB, ਇਟ ਇਜ਼ ਐਨ ਇਨਸੀਡੈਂਟ ਰੇ। ਇੱਥੇ ਸਟ੍ਰਾਈਕ ਕੀਤੀ, ਇੱਥੇ ਅਸੀਂ ਕੀ ਡਰਾ ਕੀਤਾ, ਨਾਰਮਲ। ਇੱਥੇ ਕਿਉਂ ਨਹੀਂ ਨਜ਼ਰ ਆ ਰਿਹਾ, ਕਿਉਂਕਿ ਇਹਦੇ ਉੱਪਰ ਹੀ ਬੇਟਾ ਨਾਰਮਲ ਆਏਗਾ। ਹਾਂਜੀ ਇਹ ਨਾਰਮਲ ਡਰਾ ਕੀਤਾ, ਦਿਸ ਇਜ਼ ਇਨਸੀਡੈਂਟ ਰੇ, ਦਿਸ ਇਜ਼ ਨਾਰਮਲ, ਤੇ ਆਹ ਵਾਲਾ ਜਿਹੜਾ ਵਿੱਚ ਐਂਗਲ ਬਣਿਆ ਇਸ ਨੂੰ ਅਸੀਂ ਬੋਲਦੇ ਹਾਂ ਐਂਗਲ ਆਫ ਇਨਸੀਡੈਂਸ। ਦਿਸ ਇਜ਼ ਆਵਰ ਐਂਗਲ ਆਫ ਇਨਸੀਡੈਂਸ, ਇਨਸੀਡੈਂਟ ਰੇ ਐਂਡ ਦਿਸ ਇਜ਼ ਨਾਰਮਲ, ਦਿਸ ਇਜ਼ ਐਂਗਲ ਆਫ ਇਨਸੀਡੈਂਸ। ਹੁਣ ਬੇਟਾ ਦੱਸੋ ਇਹ ਰੇ ਕਿੱਧਰ ਜਾਏਗੀ, ਇਹ ਚੱਲੀ ਕਿੱਥੇ ਆ, ਡੈਂਸਰ ਟੂ ਰੇਅਰ ਮੀਡੀਅਮ। ਤੇ ਜਦੋਂ ਵੀ ਰੇ ਡੈਂਸਰ ਟੂ ਰੇਅਰ ਮੀਡੀਅਮ ਜਾਂਦੀ ਹੈ ਇਟ ਵਿਲ ਬੈਂਡ ਅਵੇ ਫਰੋਮ ਦੀ ਨਾਰਮਲ। ਆ ਦੇਖੋ ਇਸ ਤਰ੍ਹਾਂ ਜਾਂਦੀ ਜਾਂਦੀ ਇੱਕਦਮ ਸਾਈਡ ਤੇ ਮੁੜ ਗਈ। ਨਾਰਮਲ ਆ ਨਾਰਮਲ ਆ ਗਿਆ, ਨਾਰਮਲ ਤੋਂ ਸਾਈਡ ਤੇ ਦੇਖੋ ਇਹ ਬੇਟਾ ਮੁੜ ਚੁੱਕੀ ਹੈ। ਇਟ ਵਿਲ ਬੈਂਡ ਅਵੇ ਫਰੋਮ ਨਾਰਮਲ ਐਂਡ that angle is called angle of refraction. Angle of refraction, this is angle of incidence. Incidence वाला angle denser medium च है ਤੇ ਜਿਹੜਾ refraction ਵਾਲਾ ਜਿਹੜਾ angle ਹੈ ਉਹ ਸਾਡਾ ਕਿਹੜੇ medium ਚ ਹੈਗਾ ਬੇਟਾ, rare medium ਚ ਹੈ। ਲਾਈਟ ਕਿਧਰੋਂ ਕਿੱਧਰ ਆ ਰਹੀ ਹੈ, denser to rare medium ਚ। now ਇੱਥੇ ਬੇਟਾ ਅਸੀਂ ਖੜੇ ਆ, ਇਹ I ਹੈ ਸਾਡੀ, ਅਸੀਂ ਜਿਹੜਾ ਦੇਖ ਰਹੇ ਹਾਂ ਅਸੀਂ ਇਸ ਤਰ੍ਹਾਂ ਦੇਖ ਰਹੇ ਹਾਂ ਕਿ ਆਹ ਜਿਹੜਾ ਸਵੀਮਿੰਗ ਪੂਲ ਹੈ ਜਾਂ ਵਾਟਰ ਦਾ ਟੈਂਕ ਹੈ, ਆਹ ਸਾਡੀ ਆਬਜੈਕਟ ਪਈ ਹੈ ਬੇਟਾ। ਅਸੀਂ ਇਸ ਆਬਜੈਕਟ ਨੂੰ ਅਸੀਂ ਦੇਖਦੇ ਪਏ ਹਾਂ। ਇਹ ਆਬਜੈਕਟ ਜਿਹੜੀ ਸਾਡੀ ਪਈ ਹੈ ਉਹ ਕਿਹੜੇ ਪੁਆਇੰਟ ਤੇ ਪਈ ਹੈ, O ਪੁਆਇੰਟ ਤੇ, ਇਹਨੂੰ ਅਸੀਂ ਦੇਖ ਰਹੇ ਹਾਂ। ਤੇ ਇਹ ਰੇ ਜਿਹੜੀ ਹੈ ਇੱਥੋਂ ਨਿਕਲੀ, ਇੱਥੋਂ ਬੈਂਡ ਹੋ ਕੇ ਸਾਡੀ ਆਈਸ ਚ ਐਂਟਰ ਕਰ ਗਈ। ਹੁਣ ਜਦੋਂ ਸਾਡੀ ਆਈਸ ਚ ਐਂਟਰ ਕੀਤੀ, ਕਿਉਂਕਿ ਬੇਟਾ ਸਾਨੂੰ ਤੇ ਆਬਜੈਕਟ ਨਜ਼ਰ ਆ ਰਹੀ ਹੈ ਪਾਣੀ ਦੇ ਵਿੱਚ, ਅਸੀਂ ਦੇਖ ਰਹੇ ਹਾਂ ਇਸ ਰੇ ਇੱਥੋਂ ਆਈ, ਇੱਥੋਂ ਮੁੜ ਕੇ ਸਾਡੀ ਆਈਸ ਚ ਐਂਟਰ ਕੀਤੀ। ਪਰ ਲਾਈਟ ਟਰੈਵਲ ਕਰਦੀ ਹੈ ਬੇਟਾ ਸਟ੍ਰੇਟ ਲਾਈਨ ਦੇ ਵਿੱਚ, ਤੇ ਸਾਨੂੰ ਲੱਗਦਾ ਹੈ ਜਿਵੇਂ ਆਹ ਰੇ ਦੇਖੋ ਤੇਰਾ ਧਿਆਨ ਨਾਲ, ਇਹਨੂੰ ਬੈਕ ਤੇ ਪ੍ਰੋਡਿਊਸ ਕੀਤਾ। ਦੇਖੋ ਇੱਥੇ ਇਹਨੂੰ ਜਦੋਂ ਮੈਂ ਬੈਕ ਤੇ ਪ੍ਰੋਡਿਊਸ ਕੀਤਾ, ਦੇਖੋ ਬਿਲਕੁਲ ਸਟ੍ਰੇਟ ਲਾਈਨ ਹੈ ਬੇਟਾ, ਬਿਲਕੁਲ ਨਹੀਂ ਮੋੜੀ, ਬਿਲਕੁਲ ਸਟ੍ਰੇਟ। ਐਕਚੁਅਲੀ ਰੇ O ਤੋਂ ਆਈ B ਤੇ, B ਤੋਂ ਬਾਅਦ ਮੰਨ ਲਓ ਇੱਥੇ ਕੋਈ ਪੁਆਇੰਟ ਹੈ ਸਾਡੇ ਕੋਲ C, ਇਧਰ ਨੂੰ ਆ ਗਈ। ਪਰ ਜਦੋਂ ਅਸੀਂ ਦੇਖ ਰਹੇ ਹਾਂ ਸਾਨੂੰ ਲੱਗੇਗਾ ਜਿਵੇਂ ਆਹ ਰੇ ਜਿਹੜੀ ਆ ਰਹੀ ਬੇਟਾ ਇਸ ਪੁਆਇੰਟ ਤੋਂ ਆ ਰਹੀ ਹੈ, ਆਹ ਵਾਲੇ ਪੁਆਇੰਟ ਤੋਂ ਜਿਹਨੂੰ ਮੈਂ ਲਿਖਿਆ I, ਲੱਗੇਗਾ ਰੇ ਇੱਥੋਂ ਆ ਰਹੀ ਹੈ। ਤੇ ਸਾਨੂੰ ਆਬਜੈਕਟ O ਦੀ ਜਗ੍ਹਾ ਦੇ ਉੱਤੇ ਸਾਨੂੰ ਆਬਜੈਕਟ ਕਿਹੜੇ ਪੁਆਇੰਟ ਤੇ ਨਜ਼ਰ ਆਏਗੀ, ਸਾਨੂੰ ਨਜ਼ਰ ਆਏਗੀ I ਪੁਆਇੰਟ ਤੇ। ਆਬਜੈਕਟ ਜਿਹੜੀ ਹੈ ਥੱਲੋਂ ਤਾਂ ਚੁੱਕੀ ਗਈ। ਹਾਂਜੀ ਬੇਟਾ ਕਲੀਅਰ। ਐਕਚੁਅਲੀ ਅਸੀਂ ਇਸੇ ਆਬਜੈਕਟ ਨੂੰ ਦੇਖ ਰਹੇ ਹਾਂ, ਰੇ ਇੱਥੋਂ ਹੀ ਆ ਰਹੀ ਹੈ,
इथों रे जो आ रही है इथों जाके बैंड होके साडी आई सेंटर कर गई, पर लाइट स्ट्रेट लाइन च ट्रैवल करती है तो सानू लगता है जिवें ए वाली जिहड़ी रे आ रही है, ए देखो बिल्कुल स्ट्रेट आओ तो वो लगता है जिवें आई पॉइंट तो आ रही है। इत्थे बनेगा बेटा इमेज, आई दा मतलब इमेज, ओ दा मतलब ऑब्जेक्ट। इट मीन्स द ऑब्जेक्ट विल अपीयर किहड़े पॉइंट ते, एट पॉइंट आई। इत्थे सानू बेटा नजर आएगी। एक्चुअली इत्थे पई है, इन्नी डूंगी है, पर मैनू सारी इत्थे नजर आती है। यही तो बेटा भुलेखा हो गया। तो असी कहना है कि ऑब्जेक्ट इत्थे पई है, असी जो छलांग मार देने विच ते बेटा खतरा हो सकता है। हाँ जी बेटा क्लीयर। एक्चुअली इत्थे इन्नी डूंघाई है, आ पानी दा टॉप, ए बॉटम, ए ओदी रियल डेप्थ है। आ देखो बेटा मैं एक्स लिखिया, दिस इज अ रियल डेप्थ, असली डूंघाई इन्नी है। पर मैनू ऑब्जेक्ट ओ दी जगह ते उत्ते किहड़े पॉइंट ते नजर आ रही है, मैनू ऑब्जेक्ट नजर आ रही है बेटा आई पॉइंट ते, एंड दैट वाई इट इज द अपेरेंट डेप्थ ऑफ ए वाटर टैंक। ते इन्हां दोनां दे विच ही बेटा असी अज जिहड़ा रिलेशन जिहड़ा है आपां हुण ड्राइव करन जा रहे हैं। आई थिंक तुहानूं बेटा डायग्राम जिहड़ी है वो क्लीयर हो गई होगी, क्योंकि डायग्राम तो बिना असी आर्टिकल ड्राइव नहीं कर सकते। हाँ जी बेटा क्लीयर। पहला जा किधर रहे हैं, डेंसर टू रेयर। केड़ी रे बिल्कुल नहीं मोड़नी, जेड़ी बिल्कुल वर्टिकल जाती है। उस तो बाद दूसरी रे जेड़ी इत्थे आके वजी ओदे अकॉर्डिंग ओनू नॉर्मल तो अवे असी जिहड़ा है ओनू कर दिता है। नाउ दिस इज एंगल आई, दिस इज एंगल आर, दिस इज अ रियल डेप्थ एंड दिस इज अ अपेरेंट डेप्थ। सानू केड़ी नजर आती है बेटा असल च, ਅਸੀਂ जो पानी च वेने आ सानू एक्स नजर आता है कि वाई नजर आता है। अपने माइंड च सोचो तो ਇਹਦਾ आंसर ਜਿਹੜਾ है तुसी वीडियो ਨੂੰ देखण तो बाद जरूर टाइप करना है कि सानू ਕਿਹੜੀ डेप्थ नजर आती है, एक्स नजर आता है कि सानू वाई नजर आता पिया। एक्चुअली ऑब्जेक्ट इत्थे है, सानू इत्थे नजर आती, तुहानू एक्स नजर आता है कि वाई, ए तुसी ध्यान नाल देखना है। आओ ਇਹਦੇ ਵਿੱਚ ਅਸੀਂ रिलेशन ड्राइव करते हैं। नाउ ਜਿਹੜੀ ਲਾਈਨ ਬੇਟਾ ਮੈਂ ਪਛਾਣ ਨੂੰ ਪ੍ਰੋਡਿਊਸ ਕੀਤੀ ਹੈ, ਇਹਨੂੰ ਡਾਟਡ ਲਾਈਨ ਦੇ ਨਾਲ ਬਣਾਉਣਾ ਹੈ। ਇੱਕ ਤੇ ਨਾਰਮਲ ਹਮੇਸ਼ਾ ਡਾਟਡ ਲਾਈਨ ਨਾਲ ਹੋਏਗਾ, ਤੇ ਜਿਹੜੀ ਰੇ ਆਪ ਬੈਕ ਤੇ ਪ੍ਰੋਡਿਊਸ ਕਰਨੀ ਹੈ ਕਿ ਸਾਨੂੰ ਲੱਗਦਾ ਜਿਵੇਂ ਇੱਥੋਂ ਆ ਰਹੀ ਹੈ, ਉਹਨੂੰ ਵੀ ਅਸੀਂ ਡਾਟਡ ਲਾਈਨ ਦੇ ਨਾਲ ਹੀ ਜਿਹੜਾ ਹੈ ਉਹਨੂੰ ਆਪਾਂ ਪ੍ਰੋਡਿਊਸ ਕਰਨਾ ਹੈ, ਅੱਗੇ ਵਧਾਉਣਾ ਹੈ। ਨਾਓ ਬੇਟਾ ਇਫ ਦਿਸ ਐਂਗਲ ਇਜ਼ आई, ਤੇ ਬੇਟਾ ਮੈਂ ਇੱਥੇ ਵੀ आई ਵਾਇਆ, ਦੇਖੋ ਇਹ ਐਂਗਲ आई ਕਿੱਥੋਂ ਆ ਗਿਆ। Now this is the normal, this is also a normal, क्योंकि बेटा नॉर्मल ही है। तो असी की पढ़िया, दो पैरेलल लाइंस होन ते पैरेलल लाइन दे विच आ वाला एंगल ते आ वाला एंगल जिहड़ा है वो इक्वल हुंदे आ, जिन्हों असी बोलते हैं ऑल्टरनेट इंटीरियर एंगल। तुसी इस तरह डायग्राम बेटा बनाते रहे हो, छोटे होंदे आ एंगल ते आ एंगल, ए दो पैरेलल लाइंस एक विच कट करे ते ऑल्टरनेट इंटीरियर एंगल बेटा 1 ते 2 ए दोनों इक्वल होंगे। सिमिलरली आ दो पैरेलल लाइंस ते आ लाइन विच कट कर रही है, जे आ एंगल आई है ते बेटा साडा आ भी एंगल कितना आएगा, आ भी आएगा। दीज टू एंगल्स आर इक्वल, व्हाई, ड्यू टू ऑल्टरनेट इंटीरियर एंगल। नाउ इथे बेटा आर है ते मैं इथे भी आर लिखता, देखो ए भी आर एंगल है ते ए भी आर एंगल है। ए क्यों बेटा, ए कोरस्पोंडिंग एंगल ने, ਇਹਦੇ ਬਾਰੇ ਵੀ ਤੁਹਾਨੂੰ ਮੈਂ ਜਿਹੜਾ ਨਾਲ ਦੇ ਨਾਲ ਤੁਹਾਨੂੰ ਮੈਂ ਵੀ ਸਮਝਾ ਦਿੰਦਾ ਕਿ ਸਾਡੇ ਕੋਲ ਜਿਹੜਾ ਦੂਸਰਾ ਐਂਗਲ ਜਿਹੜਾ ਹੈ ਉਹ ਸਾਡੇ ਕੋਲ ਕੋਰਸਪੋਂਡਿੰਗ ਐਂਗਲ ਹੈ। ਮੈਂ ਨਾਲ ਥੋੜਾ ਜਿਹਾ ਆਪਣਾ ਡਸਟਰ ਲੱਭ ਲਾਂ ਇੱਕ ਵਾਰੀ। ਹਾਂਜੀ, ਇਹ ਐਂਗਲ ਜਿਹੜੇ ਨੇ ਉਹ ਸਾਡੇ ਕੋਰਸਪੋਂਡਿੰਗ ਐਂਗਲਸ ਨੇ। ਉਹ ਕਿਸ ਤਰ੍ਹਾਂ, ਆ ਦੇਖੋ ਬੇਟਾ, ਜਦੋਂ ਵੀ ਦੋ ਲਾਈਨਸ ਪੈਰਲਲ ਹੋਣ, ਆ ਵਾਲਾ एंगल ਤੇ ਆ ਵਾਲਾ एंगल ਇੱਕੋ ਸਾਈਡ ਵਾਲੇ ਜਿਹੜੇ ਨੇ ਉੱਪਰ ਵਾਲਾ ਇਹ ਵੀ ਉੱਪਰ ਵਾਲਾ, ਇਹ ਕੋਰਸਪੋਂਡਿੰਗ एंगल ਹੁੰਦੇ, ਇਕੁਅਲ ਹੁੰਦੇ ਆ। ਤੇ ਜੇ ਇੱਥੋਂ ਥੱਲੋਂ ਲਾਓਗੇ ਤੇ ਇੱਥੋਂ ਵੀ ਥੱਲੋਂ ਲੈਣਾ ਹੈ, ਇਹ ਵੀ ਕੋਰਸਪੋਂਡਿੰਗ ਨੇ। ਸਿਮਿਲਰਲੀ ਹੇਅਰ ਦੋਨੋਂ ਸਾਈਡ ਤੇ ਹੁੰਦੇ ਇਹ ਕੋਰਸਪੋਂਡਿੰਗ एंगल। ਆ ਸਾਡੀ ਦੋ ਪੈਰਲਲ ਲਾਈਨਸ, ਇਹ ਕੱਟ ਕਰ ਰਹੀ ਹੈ, ਇਹ ਵੀ ਉੱਪਰ ਬਣਿਆ ਤੇ ਦੇਖੋ ਆ ਵੀ ਦੋ ਲਾਈਨਾਂ ਦੇ ਵਿੱਚ ਇੱਧਰ ਤੇ ਇੱਧਰ, ਆ ਦੇਖੋ ਇਸ ਤਰ੍ਹਾਂ ਸੇਮ। ਜੇ ਇਸੇ ਡਾਇਗਰਾਮ ਨੂੰ ਅਸੀਂ इस तरह बना दिए तो आ लाइन विच कट कर रही है तो कोरस्पोंडिंग एंगल किहड़े होणगे, आ वाला आएगा ते आ वाला आएगा। दीज आर द कोरस्पोंडिंग एंगल्स। इहदा मतलब आर इत्थे क्यों आया,
ਕੋਰਸਪੋਂਡਿੰਗ ਐਂਗਲ, आई इथे क्यों आ गया, ऑल्टरनेट इंटीरियर एंगल करके। नाउ आओ इस दा आर्टिकल जेड़ा है रिलेशन जेड़ा है रियल डेप्थ ते अपैरेंट डेप्थ दा रिलेशन आपां हुण आपां ड्राइव करते हैं। नाउ इन राइट एंगल ट्रायंगल, इन राइट एंगल ट्रायंगल ओ ए बी, बेटा ओ ए बी राइट एंगल ट्रायंगल देखो सारे, इन राइट एंगल ट्रायंगल ओ ए बी आ वड्डी ट्रायंगल, इस वड्डी ट्रायंगल दसो एंगल केड़ा आ रहा देखो ध्यान नाल, इस वड्डी ट्रायंगल विच आई एंगल आएगा, आर नहीं आएगा, आ तो छोटी ट्रायंगल दा है, इस वड्डी ट्रायंगल विच साडे कोल आ गया आई। इन राइट एंगल ट्रायंगल ओ ए बी अप्लाई स्नेल्स लॉ। हाँ जी, असी हुण इत्थे स्नेल्स लॉ अप्लाई कर देने आ। इत्थे स्नेल्स लॉ नूं जिहड़ा है असी बाद च अप्लाई करते हैं। पहला इस राइट एंगल ट्रायंगल विच बेटा असी साइन आई निकालते हैं, साइन आई। नाउ साइन आई दा फॉर्मूला परपेंडिकुलर ओवर हाइपोटेन्यूज, साइन दा फार्मूला होता है परपेंडिकुलर ओवर हाइपोटेन्यूज। नाउ विच वन इज परपेंडिकुलर, बेटा आ एंगल है, इहदे बिल्कुल सामने साइड साडी जिहड़ी है दैट विल बी द परपेंडिकुलर। नाउ व्हाट इज परपेंडिकुलर, परपेंडिकुलर दी वैल्यू आ गई बेटा साडे कोल ए बी। नाउ व्हाट इज हाइपोटेन्यूज, इस राइट एंगल ट्रायंगल च आ साडे कोल आ जाएगा हाइपोटेन्यूज एंड इट विल बिकम ओ बी। दिस इज इक्वेशन नंबर 1। एंगल दे सामनी साइड बेटा जिहड़ी हुंदी है वो परपेंडिकुलर हुंदी है। नाउ दिस इज बेस, दिस इज परपेंडिकुलर, परपेंडिकुलर नू हाइपोटेन्यूज नाल डिवाइड करता, ए साइन आई आ गई। नाउ इन ट्रायंगल, दूसरी ट्रायंगल देखो बेटा आई ए बी, इस ट्रायंगल विच चलदे हैं आई ए बी दे विच ते इत्थे एंगल केड़ा आ रहा देखो ध्यान नाल, आर एंगल आ रहा, साइन आर, साइन आर। सिमिलरली साइन आर दा फार्मूला साडे कोल आएगा परपेंडिकुलर ओवर आ जाएगा हाइपोटेन्यूज, एंगल दे सामनी साइड परपेंडिकुलर आ गया ए बी डिवाइडेड बाय हाइपोटेन्यूज कितना आ गया साडे कोल आई बी। ए साडे कोल आ गई इक्वेशन नंबर 2। एक ट्रायंगल चो असी साइन आई निकाल लिया, दूसरी ट्रायंगल दे विचों बेटा असी साइन आर दी वैल्यू जिहड़ी है आपां निकाल ली है। नाउ अकॉर्डिंग टू स्नेल्स लॉ, अकॉर्डिंग टू स्नेल्स लॉ, हाँ जी स्नेल्स लॉ की कहता है कि जेड़ा रिफ्रैक्टिव इंडेक्स होंदा है इट इज इक्वल टू, हाँ जी कल भी पढ़िया सी, परसों भी पढ़िया तुसी, साइन आई ओवर साइन आर। रिफ्रैक्टिव इंडेक्स दी वैल्यू म्यू इज इक्वल टू साइन आई ओवर साइन आर। बेटा असी टोटल इंटरनल रिफ्लैक्शन दे आर्टिकल पढ़िया, ਉਹਦੇ ਵਿੱਚ ਵੀ ਅਸੀਂ ਇਹ ਫਾਰਮੂਲਾ ਲਗਾਇਆ, ਬਹੁਤ ਹੀ ਇੰਪੋਰਟੈਂਟ ਫਾਰਮੂਲਾ। ਨਾਓ ਮਿਊ ਇਜ਼ ਇਕੁਅਲ ਟੂ ਸਾਈਨ ਆਈ ਓਵਰ ਸਾਈਨ ਆਰ। बेटा ਇੱਥੇ ਕੁਝ ਲਿਖਦੇ ਹੁੰਨੇ ਆ, ਕਿਧਰੋਂ ਕਿੱਧਰ ਜਾ ਰਹੇ ਆ, ਲਾਈਟ ਜਾ ਰਹੀ ਹੈ ਵਾਟਰ ਟੂ 에ਅਰ ਚ, ਉੱਪਰ ਆ ਜਾਏਗਾ ਵਾਟਰ ਦਾ ਆ ਗਿਆ W, ਥੱਲੇ ਆ ਗਿਆ बेटा A ਦਾ ਮਤਲਬ 에ਅਰ ਚ ਜਾ, ਲਾਈਟ ਇਜ਼ ਗੋਇੰਗ ਫਰੋਮ ਵਾਟਰ ਟੂ 에ਅਰ। ਇਹਨੂੰ ਪੜਨਾ ਕੀ ਹੈ, ਕਿੱਥੋਂ ਸ਼ੁਰੂ ਕਰਦੇ ਆ, ਇੱਥੋਂ ਸ਼ੁਰੂ ਕਰਨਾ ਹੈ ਰਿਫਰੈਕਟਿਵ ਇੰਡੈਕਸ of air with respect to water। लाइट आई वाटर टू एयर, पर पढ़ना की है रिफ्रैक्टिव इंडेक्स ऑफ एयर विद रिस्पेक्ट टू वाटर। एयर ने बेंड करना है। बेटा पहले लैक्चर जेड़ा मेरा फर्स्ट लैक्चर ऑन रिफ्रैक्शन ਉਹਦੇ ਵਿੱਚ ਇਹਨੂੰ डिटेल ਨਾਲ देखो, समझ लगेगी चंगे तरीके ਨਾਲ। नाउ म्यू ए W म्यू ए इज इक्वल टू sin i over sin r। नाउ ਇਹਨੂੰ ਅਸੀਂ ਜਿਹੜਾ ਹੈ वैल्यू ਨੂੰ उल्टा लेने और बट W म्यू A is equal to 1 over A म्यू W। रिफ्रैक्टिव इंडेक्स ऑफ एयर विद रिस्पेक्ट टू वाटर। बेटा ते एयर दा हमेशा डेंसर मीडियम दा रिफ्रैक्टिव इंडेक्स कढना होंदा है, तदे ਅਸੀਂ ਇਹਨੂੰ चेंज कर लिया रेसिप्रोकल। ਇਹ भी आर्टिकल पढ़िया
ਰਿਫਰੈਕਟਿਵ ਇੰਡੈਕਸ ਆਫ ਵਾਟਰ ਵਿਦ ਰਿਸਪੈਕਟ ਟੂ 에ਅਰ। ਜੇ ਸਾਨੂੰ 에ਅਰ ਦਾ ਵਾਟਰ ਦੇ ਅਕੋਰਡਿੰਗ ਪਤਾ ਹੈ ਤੇ ਜੇ ਵਾਟਰ ਦਾ 에ਅਰ ਦੇ ਅਕੋਰਡਿੰਗ ਕੱਢਣਾ ਹੈ ਤੇ ਉਹਦਾ ਰੈਸੀਪ੍ਰੋਕਲ ਕਰ ਲਈਦਾ ਹੈ, ਉਹਦੀ ਵੈਲਿਊ ਉਲਟਾ ਲਈਦੀ ਹੈ। ਨਾਓ ਇਹਦੀ ਜਗ੍ਹਾ ਦੇ ਉੱਤੇ ਅਸੀਂ ਆਹ ਵੈਲਿਊ ਲਿਖ ਦਾਂਗੇ, therefore 1 over a mu w is equal to sin I over sin r। ਇਹਦੀ ਜਗ੍ਹਾ ਦੇ ਉੱਤੇ ਵੈਲਿਊ ਅਸੀਂ ਆਹ ਵਾਲੀ ਲਗਾ ਦਿੱਤੀ ਇੱਥੇ। ਹਾਂਜੀ ਬੇਟਾ ਕਲੀਅਰ। ਨਾਓ ਇਹਨੂੰ ਉਲਟਾ ਲਓ, ਸਾਡੇ ਕੋਲ ਆ ਜਾਏਗਾ a mu w is equal to ਉੱਪਰ ਆ ਗਿਆ sin r ਤੇ ਨੀਚੇ ਆ ਜਾਏਗਾ ਬੇਟਾ ਸਾਡੇ ਕੋਲ ਕਿੰਨਾ ਆ ਗਿਆ sin I ਆ ਗਿਆ। ਹਾਂਜੀ ਬੇਟਾ ਫਿਰ ਧਿਆਨ ਨਾਲ ਸੁਣੋ, ਰਿਫਰੈਕਟਿਵ ਇੰਡੈਕਸ ਹਮੇਸ਼ਾ ਡੈਂਸਰ ਮੀਡੀਅਮ ਦਾ ਨਿਕਾਲਣ ਦੀ ਕੋਸ਼ਿਸ਼ ਕਰਨੀ ਹੈ ਵਿਦ ਰਿਸਪੈਕਟ ਟੂ ਰੇਅਰ ਮੀਡੀਅਮ। ਡੈਂਸਰ ਦਾ ਨਿਕਾਲੀਦਾ, ਪਰ ਇੱਥੇ ਸਾਡੇ ਕੋਲ ਆ ਰਿਹਾ ਸੀ ਰੇਅਰ ਦਾ ਡੈਂਸਰ ਦੇ ਅਕੋਰਡਿੰਗ, ਕਿਉਂਕਿ ਲਾਈਟ ਵਾਟਰ ਟੂ 에ਅਰ ਜਾ ਰਹੀ ਹੈ ਤੇ 에ਅਰ ਦਾ ਆਏਗਾ ਸਾਡੇ ਕੋਲ। ਅਸੀਂ ਇਹਨੂੰ ਉਲਟ ਕਰਕੇ ਰੈਸੀਪ੍ਰੋਕਲ ਕਰਕੇ ਵਾਟਰ ਦਾ ਨਿਕਾਲ ਲਿਆ। ਨਾਓ ਪੁੱਟ ਦਾ ਵੈਲਿਊ ਆਫ ਸਾਈਨ ਆਰ ਤੇ ਇੱਕ ਸਾਈਨ ਆਈ ਦੀ ਵੈਲਿਊ ਜਿਹੜੀ ਬੇਟਾ ਨੰਬਰ 1 ਤੇ 2 ਇਕੁਏਸ਼ਨ ਸੀ ਸਾਡੀ, ਉੱਥੋਂ ਵੈਲਿਊ ਵਿੱਚ ਪੁੱਟ ਕਰ ਦੋ। ਨਾਓ ਯੂਜ਼ਿੰਗ 1 and 2 we get पहली इक्वेशन दूसरी इक्वेशन ਵਿੱਚ ਵਰਤੋ a mu w is equal to, ਹਾਂਜੀ sin r ਦੀ ਵੈਲਿਊ ਕਿੰਨੀ ਸੀ ਪਿੱਛੇ ਤੁਸੀਂ ਨੋਟ ਕੀਤੀ ਹੋਏਗੀ, ਪਰਪੈਂਡੀਕੂਲਰ ਸੀਗਾ ਸਾਡੇ ਕੋਲ ab ਡਿਵਾਈਡਡ ਬਾਈ sin r ਹੈ ਨਾ, ਸਾਡੇ ਕੋਲ ਆਏਗਾ ib ਤੇ ਜਿਹੜੀ ਨੀਚੇ ਵੈਲਿਊ ਆਣੀ ਹੈ ਉਹ ਨੀਚੇ ਲਿਖਣ ਦੀ ਜਗ੍ਹਾ ਤੇ ਅਸੀਂ ਮਲਟੀਪਲਾਈ ਕਰਕੇ ਉਲਟਾ ਦਾਂਗੇ। ਉੱਪਰ ਸਾਡੇ ਕੋਲ ਜਿਹੜਾ ਆ ਜਾਏਗਾ i ਸਾਡੇ ਕੋਲ ਆ ਜਾਏਗਾ OA ਡਿਵਾਈਡਡ ਬਾਈ AB। ਇਹ ਜਦੋਂ ਵੈਲਿਊ ਪੁੱਟ ਕਰੋਗੇ r sin r ਦੀ ਉੱਪਰ ਲਿਖਤੀ, ਜਿਹੜੀ ਨੀਚੇ ਆਣੀ ਹੈ ਓਵਰ ਚ ਉਹ ਉਲਟਾ ਕੇ ਅਸੀਂ ਬੇਟਾ ਅੱਗੇ ਲਿਖ ਦਿੱਤੀ ਹੈ। AB ਨਾਲ AB ਸਾਡਾ ਜਿਹੜਾ ਹੈ ਕੈਨਸਲ ਹੋ ਜਾਏਗਾ, a mu w ਇਕੁਅਲ ਟੂ ਸਾਡੇ ਕੋਲ ਆ ਜਾਏਗਾ ਬੇਟਾ OA ਡਿਵਾਈਡਡ ਬਾਈ ਆਪਣਾ ਆਣਾ ਸੀ ਬੇਟਾ OB। ਇੱਥੇ ਵੈਲਿਊ ਸੀਗੀ ਸਾਡੇ ਕੋਲ OB, ਹਾਈਪੋਟਨਸ ਹੈਗਾ ਸਾਡੇ ਕੋਲ OB ਡਿਵਾਈਡਡ ਬਾਈ ਸਾਡੇ ਕੋਲ ਆਏਗਾ IB। ਦਿਸ ਇਜ਼ ਇਕੁਏਸ਼ਨ ਨੰਬਰ ਸਾਡੇ ਕੋਲ ਆ ਜਾਏਗੀ 3। ਬੇਟਾ ਇੱਥੇ ਪਰ ਆਪਣਾ ਦੇਖ ਲੈਣਾ sin I ਦੀ ਵੈਲਿਊ ਸਾਡੇ ਕੋਲ ਆਇਆ ਪਰਪੈਂਡੀਕੂਲਰ ਓਵਰ ਹਾਈਪੋਟਨਸ ਹੈਗਾ ਸੀ ਸਾਡੇ ਕੋਲ OB। ਆਈ ਥਿੰਕ ਤੁਹਾਨੂੰ ਇਸ ਤੱਕ ਕਲੀਅਰ ਹੈ ਕਿ a mu w is equal to OB over IB। ਹਾਂਜੀ ਬੇਟਾ clear। Now next point, if angle of incidence is small, बेटा एक कंडीशन लगान लगे हैं, ध्यान रखना है, जेकर I ਦੀ वैल्यू बहुत छोटी होए, जे I ਦੀ वैल्यू छोटी होनी है ते B पॉइंट सोचो A ਦੇ ਲਾਗੇ ਹੋਏਗਾ ਕਿ B पॉइंट ਜਿਹੜਾ Y ਦੇ ਲਾਗੇ ਹੋਏਗਾ। ਇਹ ਅੱਗੇ ਅਸੀਂ ਪਿਛਲੇ ਲੈਕਚਰ ਵਿੱਚ ਵੀ ਡਿਸਕਸ ਕੀਤਾ ਹੈ। ਧਿਆਨ ਨਾਲ ਦੇਖੋ, ਮੈਂ ਡਾਇਗਰਾਮ ਬਣਾਉਣ ਲੱਗਾ ਹਾਂ। ਜੇ ਮੈਨੂੰ ਐਂਗਲ ਆਫ ਇਨਸੀਡੈਂਸ ਸਮਾਲ ਚਾਹੀਦਾ ਹੈ, ਵੈਰੀ ਸਮਾਲ, ਦੈਨ ਇਧਰ ਦੇਖੋ, ਮੰਨ ਲਓ ਵੀ ਇੱਥੇ ਬਣਾਉਣਾ ਹੈ, ਆ ਰਿਹਾ ਹੈ, ਇੱਥੇ ਦੂਰ ਕਰ ਦਿੱਤੀ, ਆ ਧਿਆਨ ਨਾਲ ਦੇਖੋ, I ਪਹਿਲੇ ਨਾਲੋਂ ਕੀ ਹੋ ਗਿਆ, ਵੱਧ ਗਿਆ। ਜਿਉਂ-ਜਿਉਂ ਦੂਰ ਜਾਓਗੇ I ਦੀ ਵੈਲਿਊ ਵੱਧਦੀ ਜਾਏਗੀ। ਇਹਦਾ ਮਤਲਬ ਜੇ ਐ ਨੂੰ ਆਓਗੇ I ਸਾਡਾ ਘਟਦਾ ਗਿਆ। ਇਹਦੇ ਵਿੱਚ ਜਿਉਂ-ਜਿਉਂ ਤੁਸੀਂ A ਲਾਗੇ ਆਓਗੇ, ਆ ਦੇਖੋ ਜੇ ਮੈਂ A ਦੇ ਲਾਗੇ ਬਣਾਉਣਾ ਹੈ, ਬਿਲਕੁਲ A ਦੇ ਲਾਗੇ, ਤੇ ਸਾਡੀ I ਦੀ ਵੈਲਿਊ ਬਹੁਤ ਹੀ ਛੋਟੀ ਬਣੇਗੀ। If angle of incidence is small, then point B will be near to, बोलो बेटा point B किधर लागे होएगा, Y दे लागे होएगा कि point B will be near to A? Answer will be the point B will be near to point A. If angle of incidence is small, then point B will be near to A, बिल्कुल A ਦੇ ਲਾਗੇ ਹੋਏਗਾ। ਇਹਦਾ ਮਤਲਬ ਆ B ਪੁਆਇੰਟ ਬਿਲਕੁਲ ਬੇਟਾ A ਦੇ ਲਾਗੇ ਆ ਗਿਆ। ਇਹਦਾ ਮਤਲਬ ਇੱਥੇ ਇੱਕ B ਹੋਏਗਾ। ਇਹਦਾ ਮਤਲਬ
जे BA ਦੇ ਲਾਗੇ ਹੀ ਹੈ ਓਨਾ ਹੀ OA ਤੇ ਬੇਟਾ ਓਨਾ ਹੀ ਸਾਡੇ ਕੋਲ ਕੀ ਹੋਏਗਾ OB। ਫਿਰ ਦੇਖੋ ਜੇ ਐਂਗਲ ਆਫ ਇਨਸੀਡੈਂਸ ਸਮਾਲ ਨੇ ਤੇ ਪੁਆਇੰਟ B ਕਿਹਦੇ ਲਾਗੇ ਹੋਏਗਾ, ਪੁਆਇੰਟ B ਬੇਟਾ ਲਾਗੇ ਹੋਏਗਾ ਸਾਡੇ ਕੋਲ ਬਿਲਕੁਲ A ਦੇ ਲਾਗੇ, ਇੱਥੇ ਹੋਏਗਾ ਤੇ ਇਹਨੂੰ ਲਾਈਨ ਜੋੜ ਲਾਂਗੇ ਇੱਥੋਂ। ਇਹਦੇ ਨਾਲ ਓਨਾ ਹੀ OA ਤੇ ਓਨਾ ਹੀ ਸਾਡੇ ਕੋਲ ਕੀ ਆਏਗਾ ਬੇਟਾ OB, ਓਨਾ ਹੀ IA ਤੇ ਓਨਾ ਹੀ ਕੀ ਆਏਗਾ ਸਾਡੇ ਕੋਲ IB। ਦੇਅਰਫੋਰ ਸਾਡੇ ਕੋਲ ਜਿਹੜਾ OB ਹੈ ਉਹ ਕਿਹਦੇ ਇਕੁਅਲ ਆ ਜਾਏਗਾ OA ਦੇ, ਤੇ ਜਿਹੜਾ ਬੇਟਾ ਸਾਡੇ ਕੋਲ IB ਹੈ ਇਟ ਵਿਲ ਬੀ ਇਕੁਅਲ ਟੂ ਉਹ ਸਾਡੇ ਕੋਲ ਆ ਜਾਏਗਾ IA ਦੇ ਇਕੁਅਲ ਆ ਜਾਏਗਾ। ਜਿੰਨਾ OB ਓਨਾ ਹੀ OA, ਜਿੰਨਾ IB ਓਨਾ ਹੀ IA, ਕਿਉਂਕਿ B ਪੁਆਇੰਟ A ਦੇ ਬਿਲਕੁਲ ਲਾਗੇ ਆ ਚੁੱਕਾ ਹੈ। ਭਾਵੇਂ ਇਹਨੂੰ A ਲਿਖੋ ਭਾਵੇਂ ਇਹਨੂੰ B ਲਿਖੋ, ਇਟ ਮੀਨਸ OB ਬਿਕਮ OA, IB will become IA ਤੇ ਇੱਥੇ ਅਸੀਂ ਇਹਦੀ ਵੈਲਿਊ ਬੇਟਾ ਪੁੱਟ ਕਰਨ ਲੱਗੇ ਆ ਐਂਡ देयरफॉर A mu W is equal to OB ਦੀ ਜਗ੍ਹਾ ਤੇ ਕੀ ਆ ਗਿਆ ਸਾਡੇ ਕੋਲ OA ਤੇ IB ਦੀ ਜਗ੍ਹਾ ਤੇ ਕੀ ਆ ਗਿਆ ਸਾਡੇ ਕੋਲ I, ਸਾਡੇ ਕੋਲ ਆ ਜਾਏਗਾ ਇੱਥੇ A ਆ ਜਾਏਗਾ। ਹਾਂਜੀ ਬੇਟਾ ਕਲੀਅਰ। ਦਿਸ ਇਕੁਏਸ਼ਨ ਸਾਡੇ ਕੋਲ ਇਸ ਤਰ੍ਹਾਂ ਦੀ ਬਣ ਗਈ। ਨਾਓ A mu W is equal to what is OA? O ਤੋਂ ਲੈ ਕੇ A ਤੱਕ ਬੇਟਾ ਬਿਲਕੁਲ ਵਰਟੀਕਲ, O ਤੋਂ ਲੈ ਕੇ A ਤੱਕ it is a real depth. What is OA? ਇਹ ਸਾਡੇ ਕੋਲ ਆ ਗਈ real depth divided by what is IA? ਇਹ I ਸੀ ਬੇਟਾ ਸਾਡਾ ਇੱਥੇ। what is IA? it is our apparent depth. ਇਹ ਸਾਡੇ ਕੋਲ ਕੀ ਆ ਗਈ apparent depth। ਇਹਦਾ ਮਤਲਬ A mu W refractive index ਜਿਹੜਾ ਹੈ refractive index is equal to real depth divided by apparent depth। refractive index ਦਾ ਬੇਟਾ ਫਾਰਮੂਲਾ real depth ਨੂੰ apparent depth ਦੇ ਨਾਲ ਅਸੀਂ ਜਦੋਂ ਡਿਵਾਈਡ ਕਰ ਦਾਂਗੇ ਸਾਡੇ ਕੋਲ ਨਿਕਲ ਆਏਗਾ refractive index of the water with respect to air। ਹਾਂਜੀ ਬੇਟਾ ਕਲੀਅਰ। ਇੱਥੇ ਤੱਕ ਤੁਹਾਨੂੰ ਇਹਦਾ ਮਤਲਬ ਬੇਟਾ ਕਲੀਅਰ ਹੋ ਗਿਆ। ਹੁਣ ਤਿੰਨ ਫਾਰਮੂਲੇ ਬੇਟਾ ਜਿਹੜੇ ਮੈਂ ਲਿਖਣ ਲੱਗਿਆ ਇਹਨੂੰ ਯਾਦ ਕਰੋ, ਇਹ ਤੁਸੀਂ ਕਰ ਚੁੱਕੇ ਜੇ। ਇੱਕ ਤੇ ਬੇਟਾ ਮਿਊ ਦਾ ਫਾਰਮੂਲਾ ਸਭ ਨਾਲੋਂ ਪਹਿਲਾਂ ਪੜਿਆ sin I over sin R। ਇਹ ਤੁਹਾਨੂੰ ਪਤਾ ਹੀ ਹੈ ਬੇਟਾ ਸਨੈਲਸ ਲਾਅ, ਮਿਊ ਰਿਫਰੈਕਟਿਵ ਇੰਡੈਕਸ ਨਿਕਾਲਣ ਦਾ ਤਰੀਕਾ sin I over sin R। ਇੱਕ ਅਸੀਂ ਰਿਫਰੈਕਟਿਵ ਇੰਡੈਕਸ ਜਿਹੜਾ ਹੈ ਬੇਟਾ ਰੇਅਰ ਵਿਦ ਰਿਸਪੈਕਟ ਅੱਗੇ ਆ ਗਿਆ ਡੈਂਸਰ ਮੀਡੀਅਮ ਦਾ ਰੇਅਰ ਦੇ ਅਕੋਰਡਿੰਗ ਟੋਟਲ ਇੰਟਰਨਲ ਰਿਫਲੈਕਸ਼ਨ ਵਾਲੇ ਟੌਪਿਕ ਚ ਪੜਿਆ ਸੀ 1 over sin C। ਕ੍ਰਿਟੀਕਲ ਐਂਗਲ ਦੇ ਇਨਵਰਸਲੀ ਪ੍ਰੋਪੋਰਸ਼ਨਲ। ਇਹ ਦੂਸਰਾ ਫਾਰਮੂਲਾ ਹੋ ਗਿਆ ਰਿਫਰੈਕਟਿਵ ਇੰਡੈਕਸ ਨਿਕਾਲਣ ਦਾ। ਇੱਕ ਰਿਫਰੈਕਟਿਵ ਇੰਡੈਕਸ ਨਿਕਾਲਣ ਦਾ ਫਾਰਮੂਲਾ sin I over sin R। ਅਸੀਂ ਰਿਫਰੈਕਟਿਵ ਇੰਡੈਕਸ ਕ੍ਰਿਟੀਕਲ ਐਂਗਲ ਤੋਂ ਵੀ ਨਿਕਾਲ ਸਕਦੇ ਹਾਂ। ਇਹ ਦੋਨੋਂ ਆਪਸ ਵਿੱਚ ਜਿਹੜੇ ਨੇ ਰੈਸੀਪ੍ਰੋਕਲ ਨੇ। ਇੱਕ ਜਿਹੜਾ ਫਾਰਮੂਲਾ ਹੈ ਵਾਟਰ ਦੇ ਅਕੋਰਡਿੰਗ ਜੇ ਚਲੀਏ, ਵਾਟਰ ਟੈਂਕ ਦੀ ਗੱਲ ਕਰੀਏ, ਉਦੋਂ ਸਾਡਾ ਰਿਫਰੈਕਟਿਵ ਇੰਡੈਕਸ ਨਿਕਾਲਣ ਦਾ ਫਾਰਮੂਲਾ ਉੱਪਰ x ਤੇ ਨੀਚੇ y। x ਦਾ ਮਤਲਬ ਰੀਅਲ ਡੈਪਥ, y ਦਾ ਮਤਲਬ ਬੇਟਾ ਅਪੈਰੈਂਟ ਡੈਪਥ। ਇਹਨਾਂ ਦੋਨਾਂ ਨੂੰ ਡਿਵਾਈਡ ਕਰਕੇ ਵੀ ਅਸੀਂ ਰਿਫਰੈਕਟਿਵ ਇੰਡੈਕਸ ਵਾਟਰ ਦਾ ਨਿਕਾਲ ਸਕਦੇ ਹਾਂ। ਮੰਨ ਲਓ ਐਕਚੁਅਲੀ ਜਿਹੜੀ ਰੀਅਲ ਡੈਪਥ ਉਹਦੀ ਕੀ ਆ 100 ਤੇ ਅਪੈਰੈਂਟ ਡੈਪਥ ਸਾਨੂੰ ਨਜ਼ਰ ਆ ਰਹੀ ਹੈ 75। 100 ਨੂੰ ਤੇ 75 ਨੂੰ ਥੱਲੇ ਰੱਖ ਕੇ ਡਿਵਾਈਡ ਕਰ ਦੋਗੇ ਤੇ ਜਦੋਂ ਡਿਵਾਈਡ ਕਰ ਦੋਗੇ ਜੋ ਆਨਸਰ ਆਏਗਾ that will be the refractive index of water with respect to air। ਹਾਂਜੀ ਬੇਟਾ ਕਲੀਅਰ। ਇਹ ਚੀਜ਼ ਬੇਟਾ ਆਪਣੇ ਮਾਈਂਡ 'ਚ ਰੱਖਣੀ ਆ। ਆ ਤਿੰਨ ਫਾਰਮੂਲੇ ਜੇ, ਤਿੰਨੋਂ ਫਾਰਮੂਲੇ ਸਾਡੇ ਜਿਹੜੇ ਨੇ ਰਿਫਰੈਕਟਿਵ ਇੰਡੈਕਸ ਜਿਹੜਾ ਹੈ ਕਿਸੇ ਵੀ ਮੀਡੀਅਮ ਦਾ ਅਸੀਂ ਨਿਕਾਲ ਸਕਦੇ ਹਾਂ। ਨਾਓ ਦੋ ਚੀਜ਼ਾਂ ਹਾਲੇ ਵੀ ਆਪਣੇ ਮਾਈਂਡ 'ਚ ਦੁਬਾਰਾ ਨੋਟ ਕਰ ਲਓ। ਮਿਊ A W ਵਾਟਰ ਦਾ ਰਿਫਰੈਕਟਿਵ ਇੰਡੈਕਸ 에ਅਰ ਦੇ ਅਕੋਰਡਿੰਗ ਇਟ ਇਜ਼ 4/3। ਇੱਕ ਦਿਨ ਨੂੰ ਯਾਦ ਰੱਖਣਾ ਹੈ, ਪੱਕੀ ਵੈਲਿਊ ਯਾਦ ਕਰ ਲਓ। ਵਾਟਰ ਦਾ ਰਿਫਰੈਕਟਿਵ ਇੰਡੈਕਸ ਵਿਦ ਰਿਸਪੈਕਟ ਟੂ 에ਅਰ 4/3
ਤੇ ਗਲਾਸ ਦਾ ਰਿਫਰੈਕਟਿਵ ਇੰਡੈਕਸ with respect to air it is 3/2 ਗਲਾਸ ਦਾ ਰਿਫਰੈਕਟਿਵ ਇੰਡੈਕਸ with respect to air ਕਿੰਨਾ ਹੁੰਦਾ ਬੇਟਾ 3/2। ਚਲੋ ਇਹ ਦੋਨੋਂ ਵੈਲਿਊਜ਼ ਆਪਣੇ ਮਾਈਂਡ 'ਚ ਰੱਖਣਾ। ਹੁਣ ਮੈਂ ਵੈਲਿਊ ਲੈ ਕੇ ਚੱਲਿਆ ਬੇਟਾ ਆਹ ਵਾਲੀ ਵੈਲਿਊ। ਇੱਥੇ ਮੈਂ ਵੈਲਿਊ ਭਰਨ ਲੱਗਾ ਰਿਫਰੈਕਟਿਵ ਇੰਡੈਕਸ ਆਫ ਵਾਟਰ with respect to ਹਾਂਜੀ air ਵੈਲਿਊ ਆ ਗਈ 4/3 is equal to x divided by ਕਿੰਨਾ ਆ ਗਿਆ ਬੇਟਾ ਸਾਡੇ ਕੋਲ y। y ਨੂੰ ਅਸੀਂ ਉੱਪਰ ਲੈ ਗਏ this imply y ਦੀ ਵੈਲਿਊ ਨਿਕਾਲ ਲਈ 3 ਉੱਪਰ ਚਲਾ ਗਿਆ 4 ਨੀਚੇ ਆ ਗਿਆ ਨਾਲ ਆ ਗਿਆ ਬੇਟਾ x। ਇਹਦਾ ਮਤਲਬ y ਜਿਹੜਾ ਹੈ apparent depth ਜਿਹੜੀ ਹੈ it is 3/4 of real depth। ਜਿਹੜੀ apparent depth ਹੈ real depth ਦਾ 3/4 ਹੁੰਦੀ ਹੈ। ਕਹਿਣ ਦਾ ਮਤਲਬ ਬੇਟਾ ਇਹ ਚੀਜ਼ ਨੂੰ ਆਪਣੇ ਮਾਈਂਡ 'ਚ ਜ਼ਰੂਰ ਪੱਕਾ ਯਾਦ ਕਰ ਲਓ। ਛੋਟਾ ਜਿਹਾ ਨੂਮੈਰੀਕਲ ਮੰਨ ਲਓ ਬੇਟਾ x ਜਿਹੜੀ ਹੈ 100 ਹੈ ਮੰਨ ਲਓ ਮੀਟਰ ਇੱਥੇ ਭਰ ਦੋ therefore y ਕਿੰਨਾ ਆਏਗਾ 3/4 into 100 ਮੀਟਰ 4 ਨਾਲ ਕੱਟ ਦੋਗੇ 25 ਤੇ ਸਾਡੇ ਕੋਲ ਆ ਜਾਏਗਾ 75 ਮੀਟਰ। ਇਹਦਾ ਮਤਲਬ ਬੇਟਾ ਸਾਨੂੰ ਜਿਹੜੀ ਹੈ असली डूंगाई 100 मीटर है तो सानू नजर कितनी आएगी बेटा 75 मीटर नजर आएगी। 25 मीटर जिहड़ी है ओदी डेप्थ जिहड़ी बेटा वो घट चुकी है 25 मीटर जिहड़ी सानू वो घट नजर आएगी। 25% भी कह सकते सानू घट नजर आएगी। 75 जिहड़ी है परसेंट वो सानू वो नजर आनी है। एक्चुअली डेप्थ 100 सी ਤੇ ਮੈਂ ਇਸ ਫਾਰਮੂਲੇ ਵਿੱਚ ਐਕਚੁਅਲ ਡੈਪਥ ਭਰ ਦਿੱਤੀ ਤੇ ਜਦੋਂ ਕੈਲਕੂਲੇਸ਼ਨ ਕੀਤੀ ਤੇ y ਦੀ ਵੈਲਿਊ ਬੇਟਾ 75 ਆਈ। 25 ਮੀਟਰ ਦਾ ਬੇਟਾ ਫਰਕ ਪੈ ਗਿਆ ਜੀ। ਤੇ ਇਸੇ ਭੁਲੇਖੇ ਕਰਕੇ ਹੀ ਬੇਟਾ ਕਈ ਵਾਰੀ ਜਿਹੜੀ ਹੈ ਅਸੀਂ ਆਪਣੀ ਲਾਈਫ ਨੂੰ ਖਤਰੇ ਵਿੱਚ ਪਾ ਲੈਂਦੇ ਆ। ਇਸ ਆਰਟੀਕਲ ਨੂੰ ਕਰਾਉਣ ਦਾ ਮਤਲਬ ਇਹੀ ਹੈ ਕਿ ਜਦੋਂ ਵੀ ਤੁਸੀਂ ਵਾਟਰ ਟੈਂਕ ਨੂੰ ਦੇਖੋ ਜਿੰਨੀ ਉਹਦੀ ਅਸਲੀ ਡੂੰਘਾਈ ਹੈ ਠੀਕ ਹੈ ਉਸ ਤੋਂ ਘੱਟ ਨਜ਼ਰ ਆ ਰਹੀ ਜੇ ਤੇ ਇਹ ਤੁਸੀਂ ਆਪਣੇ ਮਾਈਂਡ 'ਚ ਧਿਆਨ 'ਚ ਰੱਖਣਾ ਹੈ। ਕਦੀ ਵੀ ਉਹਦੇ ਵਿੱਚ ਜਿਹੜਾ ਇਸ ਤਰ੍ਹਾਂ ਦੀ ਹਰਕਤ ਨਹੀਂ ਕਰਨੀ। ਆਈ ਥਿੰਕ ਤੁਹਾਨੂੰ ਅੱਜ ਦਾ ਆਰਟੀਕਲ ਜਿਹੜਾ ਕਲੀਅਰ ਹੋ ਗਿਆ ਹੋਵੇਗਾ। ਨੈਕਸਟ ਆਰਟੀਕਲ ਜਿਹੜਾ ਅਸੀਂ ਉਹ ਡਿਸਕਸ ਕਰਾਂਗੇ ਨੈਕਸਟ ਲੈਕਚਰ ਦੇ ਵਿੱਚ। ਥੈਂਕ ਯੂ।